वाहिगुरु साहिब जी। वाहिगुरु 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 वाहिगुरु। वाहिगुरु जी का खालसा वाहिगुरु जी की फतेह। पातशाह जी की किरपा बख्शिश का सदका कल आप रल मिल करके 83 नंबर पौड़ियाँ तक 82 नंबर पौड़ियाँ तक शब्द की विचार भी की सी ते पाठ भी किया सी। अज 83 नंबर पौड़ी तो रल मिल करके पहला पाठ करांगे, फिर उस ही पौड़ियाँ के अनुसार जो पातशाह जी समत बख्शणगे आप रल मिल करके विचार करांगे जी। अज एक एक पौड़ी का पाठ करांगे ते नाल उसकी विचार करके अगां तुरांगे जी। सतनाम श्री वाहिगुरु साहिब जी। लोक 14 के बिखै जग जापहि जिह जाप। आद दीव अनाद मूरत थाप्यो सबै जिह थाप। परम रूप पुनीत मूरत पूरन पुरख अपार। सर्ब विश्व रचयो स्वयं भव गढ़न भंजन हार। पातशाह जी कृपा कर देन। लोक 14 के विखै। 14 लोग जिहड़े मुसलमान वीर हैं वो कहते हैं 14 तवर हैं, भाव 7 धरतियां ते 7 आकाश। ते पातशाह जी उन्हां दे रूप दे विच ही उदाहरण दे के सानू उपदेश कर रहे हैं कि अकाल पुरख परमात्मा लोक 14 के विखे 14 लोकां दे विच वो परमात्मा समाया होया है। जग जाप ही जिह जाप। वो अकाल पुरख परमात्मा जिहड़ा है सारे जगत दे विच विचर रहा है। सारे जग दे विच सारे संसार दे विच लोग उसनूं जप भी रहे हैं तो वो सारी सृष्टि दे अंदर रमिया भी होया है। आद देव अनाद मूरत। वो आद देव है, भाव उसका मुढ़ किसी नूं भी नहीं पता। वो देवतियां का भी सब तो वड्डा देवता है ते सारियां तो पहलां दा है। अनाद मूरत। अनाद तो भाव है अन आद जिसके जन्म का किसी नूं नहीं पता। मूरत तो भाव उसकी जिहड़ी प्रभु सत्ता है वो सदा रहन वाली है। थाप्यो सबै जिह थाप। उस प्रभु ने कृपा की है कि जिसने सारी इस सृष्टि की थापना की है वो आप जिहड़ा है बिना आकार तो है। आप जिहड़ा है उसका थापण का समा जन्म का समा किसी नूं भी नहीं पता। परम रूप पुनीत मूरत। परम तो भाव है सब तो सिरमौर, परम सर्वश्रेष्ठ। उसका रूप जिहड़ा है सब तो सोहना है, भावें उसका कोई एक रूप नहीं है। सारी सृष्टि दे विच रमिया है पर वो सब तो सोहना भी है। पुनीत तो भाव है सब तो पवित्र शक्ति वाला, सब तो पवित्र ताकत वाला भी है। पूरन पुरख अपार।
ਉਹ ਪੂਰਨ ਪੁਰਖ ਹੈ। ਸੰਸਾਰ ਦੇ ਵਿੱਚ ਭਾਵੇਂ ਇਸਤਰੀ ਅਤੇ ਪੁਰਖ ਦੋ ਰੂਪ ਮੰਨੇ ਜਾਂਦੇ ਹਨ, ਪਰ ਧਾਰਮਿਕ ਦੁਨੀਆ ਦੇ ਵਿੱਚ ਜਿਹੜਾ ਪੁਰਖ ਹੈ ਉਹ ਕੇਵਲ ਅਤੇ ਕੇਵਲ ਇੱਕ ਅਕਾਲ ਪੁਰਖ ਪਰਮਾਤਮਾ ਨੂੰ ਹੀ ਮੰਨਿਆ ਜਾਂਦਾ ਹੈ, ਕਿਉਂਕਿ ਪਰਮਾਤਮਾ ਤੋਂ ਹੀ ਸਾਰੀ ਸ੍ਰਿਸ਼ਟੀ ਦਾ ਜਨਮ ਹੋਇਆ ਹੈ। ਅਤੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਜੇ ਕੋਈ ਪੂਰਨ ਪੁਰਖ ਹੈ, ਪੂਰਨ ਮਨੁੱਖ ਹੈ, ਉਹ ਹੈ ਅਕਾਲ ਪੁਰਖ ਪਰਮਾਤਮਾ, ਜਿਹੜਾ ਅਪਾਰ ਹੈ, ਜਿਸ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਸਰਵ ਵਿਸ਼ਵ ਰਚਿਓ ਸਵਯੰਭਵ ਗੜਨ ਭੰਜਨ ਹਾਰ। ਵਿਸ਼ਵ ਤੋਂ ਭਾਵ ਹੈ ਸੰਸਾਰ। ਉਹ ਸਾਰੇ ਸੰਸਾਰ ਦੇ ਵਿੱਚ ਰਚਿਆ ਵੀ ਹੋਇਆ ਹੈ ਸਵਯੰਭਵ, ਅਤੇ ਉਸ ਨੂੰ ਪੈਦਾ ਕਰਨ ਵਾਲਾ, ਬਣਾਉਣ ਵਾਲਾ ਵੀ ਕੋਈ ਨਹੀਂ ਹੈ, ਉਹ ਆਪਣੇ ਆਪ ਤੋਂ ਹੀ ਪੈਦਾ ਹੋਇਆ ਹੈ। ਸਵਯੰਭੂ ਹੈ, ਅਜੂਨੀ, ਸਹਿਭੰਗ ਹੈ, ਉਸ ਨੂੰ ਜਨਮ ਦੇਣ ਵਾਲਾ ਕੋਈ ਨਹੀਂ ਹੈ। ਗੜਨ ਭੰਜਨਹਾਰ, ਉਹ ਸੰਸਾਰ ਨੂੰ ਘੜਨ ਵਾਲਾ ਵੀ ਹੈ, ਅਤੇ ਭੰਜਨਹਾਰ, ਸੰਸਾਰ ਨੂੰ ਨਾਸ਼ ਕਰਨ ਦੀ ਵੀ ਜਿਹੜੀ ਤਾਕਤ ਹੈ ਉਸ ਪਰਮਾਤਮਾ ਦੇ ਆਪਣੇ ਕੋਲ ਹੈ। ਅਗਲੀ ਪੌੜੀ ਦਾ ਪਾਠ ਕਰੀਏ ਜੀ। ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਆਦੇਸ਼, ਧਰਮ ਧਾਮ ਸੁਭਰਮ ਰਹਿਤ ਅਭੂਤ ਅਲਖ ਅਭੇਸ। ਅੰਗ ਰਾਗ ਨ ਰੰਗ ਜਾ ਕਹਿ, ਜਾਤ ਪਾਤ ਨ ਨਾਮ। ਗਰਭ ਗੰਜਨ ਦੁਸ਼ਟ ਭੰਜਨ, ਮੁਕਤ ਦਾਇਕ ਕਾਮ। ਪਾਤਸ਼ਾਹ ਕਲਗੀਧਰ ਮਹਾਰਾਜ ਜੀ ਕਿਰਪਾ ਕਰਦੇ ਨੇ ਕਿ ਉਹ ਪ੍ਰਭੂ ਕਾਲਹੀਣ ਹੈ, ਉਸ ਦੀ ਕਦੇ ਮੌਤ ਨਹੀਂ ਹੋ ਸਕਦੀ। ਅਤੇ ਦੂਸਰਾ ਕਾਲ ਤੋਂ ਭਾਵ ਹੈ ਉਹ ਕਿਸੇ ਸਮੇਂ ਦੇ ਚੱਕਰ ਦੇ ਵਿੱਚ ਨਹੀਂ ਆਉਂਦਾ। ਅਸੀਂ ਸਮੇਂ ਦੇ ਨਾਲ ਸਵਾਸਾਂ ਦੀ ਪੂੰਜੀ ਗਿਣਤੀ ਲੈ ਕੇ ਸੰਸਾਰ 'ਤੇ ਆਏ ਹਾਂ, ਅਤੇ ਜਿੱਦਣ ਸਾਡਾ ਸਮਾਂ ਸਵਾਸਾਂ ਦੀ ਪੂੰਜੀ ਖਤਮ ਹੋ ਗਈ ਅਤੇ ਸਾਨੂੰ ਸੰਸਾਰ ਤੋਂ ਜਾਣਾ ਪਵੇਗਾ। ਪਰ ਪਰਮਾਤਮਾ ਦੀ ਨਾ ਕੋਈ ਸਵਾਸਾਂ ਦੀ ਪੂੰਜੀ ਹੈ ਅਤੇ ਨਾ ਹੀ ਉਹ ਕਿਸੇ ਕਾਲ ਦੇ ਅਧੀਨ ਹੈ, ਉਹ ਮੌਤ ਤੋਂ ਰਹਿਤ ਹੈ। ਕਲਾ ਸੰਯੁਕਤ, ਕਲਾ ਦੇ ਨਾਲ ਭਾਵ ਉਹ ਗੁਣਾਂ ਦੇ ਨਾਲ, ਯੋਗਤਾ ਦੇ ਨਾਲ ਸੰਯੁਕਤ ਹੈ। ਆਪਣੀ ਜਿਹੜੀ ਉਸਨੇ ਕਲਾ ਵਰਤਾਈ ਹੈ, ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਇਸ ਦੇ ਨਾਲ ਉਹ ਆਪ ਜੁੜਿਆ ਹੋਇਆ ਵੀ ਹੈ। ਅਕਾਲ ਪੁਰਖ ਆਦੇਸ਼, ਉਸ ਦਾ ਕੋਈ ਦੇਸ਼ ਵੀ ਨਹੀਂ ਹੈ। ਅਸੀਂ ਭਾਰਤੀ ਕਹਾਉਂਦੇ ਹਾਂ, ਕੋਈ ਅਮਰੀਕਨ ਕਹਾਉਂਦਾ ਹੈ, ਕੋਈ ਕਿਸੇ ਦੇਸ਼ ਦਾ ਹੈ, ਪਰ ਪਰਮਾਤਮਾ ਦਾ ਕੋਈ ਇੱਕ ਦੇਸ਼ ਨਹੀਂ, ਉਹ ਸਾਰਿਆਂ ਥਾਵਾਂ ਦੇ ਉੱਤੇ ਰਮਿਆ ਹੋਇਆ ਹੈ। ਅਕਾਲ, ਕਾਲ ਤੋਂ ਰਹਿਤ ਹੈ। ਪੁਰਖ ਭਾਵ ਉਹ ਇੱਕ ਪੁਰਖ ਐਸਾ ਹੈ ਜਿਹੜਾ ਮੌਤ ਦੇ ਪ੍ਰਭਾਵ ਤੋਂ ਨਿਰਲੇਪ ਹੈ, ਅਲੱਗ ਹੈ। ਧਰਮ ਧਾਮ ਸੋ ਭਰਮ ਰਹਿਤ, ਪਰਮਾਤਮਾ ਧਰਮ ਸੰਯੁਕਤ ਹੈ, ਸਾਰਿਆਂ ਧਰਮਾਂ ਦਾ ਪਰਮਾਤਮਾ ਹੈ। ਚਾਹੇ ਕੋਈ ਅੱਲਾ ਕਹਿ ਕੇ ਮਨਾਵੇ, ਚਾਹੇ ਗੋਡ ਕਹਿ ਕੇ ਮਨਾਵੇ, ਚਾਹੇ ਵਾਹਿਗੁਰੂ ਕਹਿ ਕੇ, ਚਾਹੇ ਰਾਮ ਕਹਿ ਕੇ ਮਨਾਵੇ, ਭਗਵਾਨ ਕਹਿ ਕੇ ਮਨਾਵੇ, ਕੋਈ ਰਹੀਮ ਕਹਿੰਦਾ ਹੈ, ਕੋਈ ਕਰੀਮ ਕਹਿੰਦਾ ਹੈ, ਪਰ ਪਰਮਾਤਮਾ ਜਿਹੜਾ ਹੈ ਉਹ ਸਾਰੇ ਧਰਮਾਂ ਦਾ ਸਾਂਝਾ ਹੈ। ਮੰਜ਼ਿਲ ਇੱਕ ਹੈ, ਅਤੇ ਅਸੀਂ ਪਹੁੰਚਣ ਵਾਸਤੇ ਅਲੱਗ-ਅਲੱਗ ਧਰਮਾਂ ਦੇ ਰਸਤੇ ਬਣਾਏ ਹੋਏ ਹਨ, ਪਰ ਪਹੁੰਚਣਾ ਸਾਰਿਆਂ ਨੂੰ ਉਸ ਪਰਮਾਤਮਾ ਦੇ ਕੋਲ ਹੈ। ਉਸ ਦੀ ਪ੍ਰਾਪਤੀ ਦੇ ਹੀ ਸਾਰੇ ਕਾਰਜ ਹਨ। ਧਾਮ, ਪਰਮਾਤਮਾ ਦਾ ਕੋਈ ਇੱਕ ਧਾਮ ਨਹੀਂ ਹੈ, ਪਰ ਹਰ ਘਰ ਦੇ ਅੰਦਰ ਪਰਮਾਤਮਾ ਆਪ ਵਸਿਆ ਹੋਇਆ ਹੈ। ਭਰਮ ਰਹਿਤ, ਪਰਮਾਤਮਾ ਨੂੰ ਕੋਈ ਭਰਮ ਨਹੀਂ ਹੈ, ਸਾਨੂੰ ਅਨੇਕਾਂ ਭਰਮ ਹਨ, ਇਸੇ ਕਰਕੇ ਅਸੀਂ ਦੁਚਿੱਤੀ ਦੇ ਵਿੱਚ ਪੈਂਦੇ ਹਾਂ। ਅੱਜ ਦਾ ਜੋ ਮਹੀਨੇ ਦਾ ਸ਼ਬਦ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ, ਇਸ ਦੀ ਜਾਪ ਸਾਹਿਬ ਦੀ ਵਿਚਾਰ ਤੋਂ ਬਾਅਦ ਆਪਾਂ ਰਲ ਮਿਲ ਕਰਕੇ ਉਹ ਵੀ ਵਿਚਾਰਾਂਗੇ। ਉਸ ਦੇ ਅੰਦਰ ਵੀ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਕਿ ਭਾਦੋਏ ਭਰਮ ਭੁਲਾਣੀਆਂ ਦੂਜੈ ਲੱਗਾ ਹੇਤ, ਜਿਹੜਾ ਸਾਡਾ ਜੀਵਨ ਦੇ ਅੰਦਰ ਪਰਮਾਤਮਾ ਨੂੰ ਛੱਡ ਕੇ ਦੂਸਰਿਆਂ ਦੇ ਪਿੱਛੇ ਲੱਗਣ ਦਾ, ਦੂਜੀਆਂ ਸ਼ਕਤੀਆਂ ਦੇ ਪਿੱਛੇ ਲੱਗਣ ਦਾ ਮਨੋਰਥ ਹੈ, ਉਹ ਇਹੀ ਹੈ ਕਿ ਅਸੀਂ ਭਰਮ ਦੇ ਵਿੱਚ ਪਏ ਹੋਏ ਹਾਂ। ਇਸੇ ਕਾਰਨ ਅਸੀਂ ਪ੍ਰਭੂ ਨੂੰ ਛੱਡ ਕੇ ਉਸ ਦੀਆਂ ਤਾਕਤਾਂ ਦੇ ਕੋਲੋਂ, ਉਸ ਦੇ ਪੈਦਾ ਕੀਤੇ ਹੋਏ ਮਨੁੱਖਾਂ ਦੇ ਕੋਲੋਂ
ਸੁੱਖ ਭਾਲਦੇ ਫਿਰਦੇ ਹਾਂ। ਤੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਪ੍ਰਮਾਤਮਾ ਨੂੰ ਕੋਈ ਭਰਮ ਨਹੀਂ, ਉਹ ਭਰਮ ਤੋਂ ਰਹਿਤ ਹੈ। ਅਭੂਤ ਅਲੱਖ ਅਭੇਸ, ਉਹ ਪੰਜ ਭੂਤਕ ਪੰਜ ਤੱਤਾਂ ਤੋਂ ਜੋ ਸਾਡਾ ਸਰੀਰ ਬਣਿਆ ਹੈ, ਪਰਮਾਤਮਾ ਦਾ ਉਹਨਾਂ ਤੱਤਾਂ ਤੋਂ ਸਰੀਰ ਵੀ ਨਹੀਂ ਬਣਿਆ। ਤੇ ਅਭੇਸ, ਉਸ ਦਾ ਕੋਈ ਵਿਸ਼ੇਸ਼ ਪਹਿਰਾਵਾ ਵੀ ਨਹੀਂ ਹੈ, ਕੋਈ ਵਿਸ਼ੇਸ਼ ਤਰ੍ਹਾਂ ਦੇ ਕੱਪੜੇ ਨਹੀਂ ਪਾਉਂਦਾ। ਅਲੱਖ ਭਾਵ ਜਿਹੜਾ ਅਦ੍ਰਿਸ਼ ਹੈ, ਸਾਨੂੰ ਦਿਖਾਈ ਵੀ ਨਹੀਂ ਦਿੰਦਾ। ਅੰਗ ਰਾਗ ਨਾ ਰੰਗ ਜਾ ਕੇ, ਅੰਗ ਤੋਂ ਭਾਵ ਹੈ ਸਾਡੇ ਜਿਹੜੇ ਸਰੀਰ ਦੇ ਹੱਥ ਪੈਰ ਅੰਗ ਹਨ। ਰਾਗ ਤੋਂ ਭਾਵ ਹੈ ਮੋਹ। ਪਰਮਾਤਮਾ ਅੰਗਹੀਣ ਹੈ, ਅਨੰਗ ਹੈ, ਭਾਵ ਉਸ ਦਾ ਕੋਈ ਅੰਗ ਨਹੀਂ, ਉਸ ਦਾ ਕੋਈ ਆਕਾਰ ਨਹੀਂ, ਤੇ ਉਸ ਦਾ ਕੋਈ ਸਰੀਰ ਦੇ ਅੰਗਾਂ ਦੇ ਨਾਲ ਜਾਂ ਸੰਸਾਰ ਦੇ ਲੋਕਾਂ ਦੇ ਨਾਲ ਮੋਹ ਵੀ ਨਹੀਂ ਹੈ। ਮੋਹ ਸਾਡਾ ਹੈ, ਸੰਸਾਰ ਦੇ ਵਿੱਚ ਰਹਿੰਦੇ ਹਾਂ, ਪਰ ਪਰਮਾਤਮਾ ਦਾ ਕਿਸੇ ਦੇ ਨਾਲ ਕੋਈ ਮੋਹ ਨਹੀਂ। ਜੋ ਉਸ ਦਾ ਇੱਕ ਵਾਰ ਹੁਕਮ ਹੋ ਗਿਆ ਹੈ, ਉਸ ਹੁਕਮ ਦੇ ਅਨੁਸਾਰ ਹੀ ਸਾਰੀ ਸ੍ਰਿਸ਼ਟੀ ਦੀ ਰਚਨਾ ਚੱਲ ਰਹੀ ਹੈ। ਅੰਗ ਰਾਗ ਨਾ ਰੰਗ ਜਾਕੈ, ਨਾ ਉਸ ਦਾ ਕੋਈ ਰੰਗ ਹੈ। ਜਾਤ ਪਾਤ ਨਾ ਨਾਮ, ਨਾ ਉਸ ਦੀ ਕੋਈ ਜਾਤ ਹੈ, ਨਾ ਉਸ ਦੀ ਕੋਈ ਕੁੱਲ ਗੋਤ ਹੈ, ਤੇ ਨਾ ਹੀ ਉਸ ਦਾ ਕੋਈ ਵਿਸ਼ੇਸ਼ ਨਾਮ ਹੈ। ਪਰਮਾਤਮਾ ਦੇ ਅਨੇਕਾਂ ਨਾਮ ਅਸੀਂ ਜੋ ਲੈਂਦੇ ਹਾਂ, ਪਹਿਲਾਂ ਵੀ ਵਿਚਾਰ ਕੀਤੀ ਕਿ ਜਿਉਂ ਜਿਹਾ ਸਾਨੂੰ ਪਰਮਾਤਮਾ ਦੇ ਵੱਲੋਂ ਕੋਈ ਦਾਤ ਪ੍ਰਾਪਤ ਹੁੰਦੀ ਹੈ, ਕਿਸੇ ਨੂੰ ਬਖਸ਼ਿਸ਼ ਹੁੰਦੀ ਹੈ, ਤੇ ਉਹ ਬਖਸ਼ਣਹਾਰ ਕਹਿ ਦਿੰਦਾ ਹੈ। ਤੇ ਜੇ ਕਿਸੇ ਉੱਤੇ ਕਿਰਪਾ ਹੁੰਦੀ ਹੈ, ਤੇ ਉਹ ਕਿਰਪਾਲੂ ਕਹਿ ਦਿੰਦਾ ਹੈ। ਜੇ ਉਹ ਕਿਸੇ ਉੱਤੇ ਦਇਆ ਕਰਦਾ ਹੈ, ਤਰਸ ਕਰਦਾ, ਤਾਂ ਉਸਨੂੰ ਅਸੀਂ ਦਿਆਲੂ ਕਹਿ ਦਿੰਦੇ ਹਾਂ। ਅਨੇਕਾਂ ਨਾਮ ਜਿਹੜੇ ਹਨ ਉਸਦੇ ਉਹ ਕਿਰਤਮ ਨਾਮ ਹਨ, ਭਾਵ ਜਿਹੀ ਜਿਹੀ ਉਸਨੇ ਕਿਰਤ ਕੀਤੀ ਹੈ, ਰਚਨਾ ਕੀਤੀ ਹੈ, ਤੇ ਸਾਨੂੰ ਉਹ ਭਾਈ ਹੈ, ਅਸੀਂ ਉਹ ਜਿਹਾ ਹੀ ਪਰਮਾਤਮਾ ਦਾ ਨਾਮ ਉਚਾਰਨਾ ਸ਼ੁਰੂ ਕਰ ਦਿੰਦੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਲਿਖਿਆ ਹੈ ਕਿ ਜਿਹੜਾ ਸ਼ੇਸ਼ ਨਾਗ ਸੱਪਾਂ ਦਾ ਰਾਜਾ ਹੈ, ਉਸਦਾ 1000 ਫਨ ਹੈ, ਤੇ ਨਿਤ ਹਰ ਸਾਹ ਦੇ ਨਾਲ ਉਹ ਪਰਮਾਤਮਾ ਦਾ ਨਵਾਂ ਨਾਂ ਲੈਂਦਾ ਹੈ। ਤੇ ਤਾਂ ਵੀ ਪਰਮਾਤਮਾ ਦੇ ਨਾਮਾਂ ਦਾ ਅੱਜ ਤੱਕ ਅੰਤ ਨਹੀਂ ਹੋ ਸਕਿਆ, ਭਾਵ ਪੂਰਨ ਤੌਰ 'ਤੇ ਨਾਮ ਨਹੀਂ ਲਏ ਜਾ ਸਕੇ। ਇਸ ਲਈ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਉਸਦਾ ਕੋਈ ਵਿਸ਼ੇਸ਼ ਨਾਮ ਵੀ ਨਹੀਂ ਹੈ। ਗਰਭ ਗੰਜਨ ਦੁਸ਼ਟ ਭੰਜਨ, ਗਰਭ ਅੱਖਰ ਦੋ ਤਰੀਕੇ ਦੇ ਨਾਲ ਲਿਖਿਆ ਹੁੰਦਾ, ਇੱਕ ਗੱਗਾ ਰਾਰਾ ਤੇ ਭੱਬਾ, ਇੱਕ ਗੱਗਾ ਰਾਰਾ ਤੇ ਬੱਬਾ। ਉਚਾਰਨ ਲਗਭਗ ਇਸ ਦਾ ਗਰਭ ਹੀ ਹੁੰਦਾ ਹੈ, ਪਰ ਜਿਹੜਾ ਗਰਭ ਹੁੰਦਾ ਹੈ ਉਹ ਹੈ ਮਾਂ ਦਾ ਪੇਟ, ਤੇ ਜਿਹੜਾ ਗਰਭ ਹੈ ਬੱਬੇ ਦੇ ਨਾਲ ਉਹ ਹੈ ਹੰਕਾਰ। ਤੇ ਪਰਮਾਤਮਾ ਹੰਕਾਰ ਨੂੰ ਨਾਸ਼ ਕਰਨ ਵਾਲਾ ਹੈ, ਦੁਸ਼ਟਾਂ ਦਾ ਵੀ ਨਾਸ਼ ਕਰਨ ਵਾਲਾ ਹੈ, ਦੁਸ਼ਟਾਂ ਨੂੰ ਵੀ ਭੰਨਣ ਵਾਲਾ ਹੈ। ਮੁਕਤਦਾਇਕ ਕਾਮ, ਉਹ ਲੋਕਾਂ ਨੂੰ ਮੁਕਤੀ ਦੇਣ ਵਾਲਾ ਵੀ ਹੈ। ਉਹ ਲੋਕਾਂ ਨੂੰ ਜਿਹੜਾ ਹੈ ਜਨਮ ਮਰਨ ਦੇ ਗੇੜ ਤੋਂ ਰਹਿਤ ਕਰਨ ਵਾਲਾ ਵੀ ਹੈ। ਕਾਮ ਭਾਵ ਸਾਡੀਆਂ ਕਾਮਨਾਵਾਂ, ਸਾਡੇ ਮਨੋਰਥ, ਸਾਡੀਆਂ ਇੱਛਾ ਜਿਹੜੀਆਂ ਹਨ ਉਹ ਪੂਰੀਆਂ ਕਰਨ ਵਾਲਾ ਵੀ ਪਰਮਾਤਮਾ ਹੀ ਹੈ, ਪਰ ਉਹ ਆਪ ਅਕਾਮ ਹੈ, ਆਪ ਉਹ ਕਾਮਨਾ ਤੋਂ ਰਹਿਤ ਹੈ। ਆਪ ਰੂਪ ਅਮੀਕ ਅਨ ਉਸਤਤ, ਅਮੀਕ ਤੋਂ ਭਾਵ ਹੈ ਜਿਸ ਨੂੰ ਪੂਰਨ ਤੌਰ 'ਤੇ ਅਸੀਂ ਜਾਣ ਨਹੀਂ ਸਕਦੇ, ਜਿਸ ਦੀ ਡੂੰਘਾਈ ਜਾਂ ਜਿਸ ਦੀ ਵਡਿਆਈ ਪੂਰਨ ਤੌਰ 'ਤੇ ਅਸੀਂ ਨਾਪ ਨਹੀਂ ਸਕਦੇ। ਤੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਉਹ ਆਪ ਰੂਪ ਭਾਵ ਆਪ ਸਾਰੀ ਸ੍ਰਿਸ਼ਟੀ ਦਾ ਰੂਪ ਵੀ ਹੈ, ਕਿਉਂਕਿ ਸਾਰਿਆਂ ਦੇ ਅੰਦਰ ਰਮਿਆ ਤੇ ਸਾਰਿਆਂ ਦਾ ਰੂਪ ਵੀ ਪਰਮਾਤਮਾ ਹੈ। ਅਮੀਕ, ਉਸ ਦੀ ਵਡਿਆਈ ਨਾਪੀ ਨਹੀਂ ਜਾ ਸਕਦੀ। ਅਨ ਉਸਤਤ ਭਾਵ ਉਹ ਉਪਮਾ ਵੀ ਆਪਣੀ ਕਰਾਉਣ ਦਾ ਇੱਛਕ ਨਹੀਂ ਹੈ, ਉਸਨੂੰ ਆਪਣੀ ਉਸਤਤ ਦਾ ਵੀ ਲਾਲਚ ਨਹੀਂ ਹੈ, ਮੋਹ ਨਹੀਂ ਹੈ। ਅਸੀਂ ਅਨੇਕਾਂ ਕੰਮ ਕਰਦੇ ਹਾਂ ਕਿ ਨਾਮਣਾ ਹੋਵੇ ਸਾਡਾ, ਲੋਕ ਜਾਣਨ ਕਿ ਫਲਾਨਾ ਬੰਦਾ ਆਹ ਕੰਮ ਕਰਦਾ ਹੈ, ਪਰ ਪਰਮਾਤਮਾ ਜਿਹੜਾ ਹੈ ਉਹ ਉਪਮਾ ਦਾ ਉੱਪਰ ਨਿਰਲੇਪ ਹੈ, ਭਾਵ ਉਸਨੂੰ ਆਪਣੀ ਵਡਿਆਈ ਕਰਾਉਣ ਦਾ ਵੀ ਸ਼ੌਂਕ ਨਹੀਂ ਹੈ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ ਹਨ। ਨਹਿ ਨਿੰਦਿਆ ਨਹਿ ਉਸਤਤ ਜਾਕੈ, ਲੋਭ ਮੋਹ ਅਭਿਮਾਨਾ, ਹਰਖ ਸੋਗਤੀ ਰਹਿ ਨਿਆਰੋ, ਨਾਹੇ ਮਾਨ ਅਪਮਾਨਾ। ਉਹ ਅਪਮਾਨ ਤੇ ਉਸਤਤ ਤੋਂ ਵੀ ਨਿਰਲੇਪ ਹੈ। ਜੇ ਉਸਨੂੰ ਕੋਈ ਗਾਲਾਂ ਕੱਢਦਾ ਹੈ
ਮੰਦਾ ਬੋਲਦਾ ਹੈ ਤੇ ਤਾਂ ਵੀ ਉਸ ਨੂੰ ਕੋਈ ਫਰਕ ਨਹੀਂ ਪੈਂਦਾ, ਤੇ ਜੇ ਉਸ ਦੀ ਕੋਈ ਵਡਿਆਈ ਕਰਦਾ ਹੈ ਤੇ ਤਾਂ ਵੀ ਪ੍ਰਮਾਤਮਾ ਨੂੰ ਕੋਈ ਫਰਕ ਨਹੀਂ ਪੈਂਦਾ। ਵੱਡਾ ਨਾ ਹੋਵੇ ਘਾਟ ਨਾ ਜਾਏ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ, ਜਮੀ ਜਮਾਨ ਕੇ ਵਿਖੈ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾਧ ਹੈ, ਨਾ ਬਾਧ ਘਾਟ ਹੋਤ ਹੈ। ਉਸ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਕੋਈ ਜਪੇ ਤੇ ਜਾਂ ਉਸ ਨੂੰ ਕੋਈ ਮੰਦਾ ਬੋਲੇ। ਏਕ ਪੁਰਖ ਅਵਧੂਤ, ਅਵਧੂਤ ਤੋਂ ਭਾਵ ਹੈ ਜਿਹੜਾ ਨਿਰਲੇਪ। ਅਸੀਂ ਪ੍ਰਮਾਤਮਾ ਦਾ ਨਾਮ ਲੈਂਦੇ ਹਾਂ ਨਿਰੰਜਨ। ਨਿਰਅੰਜਨ ਭਾਵ ਮਾਇਆ ਦੀ ਕਾਲਕ ਤੋਂ ਰਹਿਤ। ਸ੍ਰਿਸ਼ਟੀ ਦੇ ਅੰਦਰ ਇੱਕੋ ਹੀ ਪੁਰਖ ਐਸਾ ਹੈ ਜਿਹੜਾ ਮਾਇਆ ਦੀ ਕਾਲਕ ਤੋਂ ਰਹਿਤ ਹੈ, ਮਾਇਆ ਦੇ ਪ੍ਰਭਾਵ ਤੋਂ ਮੁਕਤ ਹੈ। ਉਹ ਹੈ ਅਕਾਲ ਪੁਰਖ ਪ੍ਰਮਾਤਮਾ। ਗਰਭ ਗੰਜਨ ਸਰਬ ਭੰਜਨ, ਹੰਕਾਰ ਨੂੰ ਨਾਸ਼ ਕਰਨ ਵਾਲਾ, ਸਾਰਿਆਂ ਨੂੰ ਖਤਮ ਕਰਕੇ ਇੱਕ ਜੋਤ ਹੋਣ ਵਾਲਾ, ਆਦ ਰੂਪ ਅਸੂਤ। ਉਹ ਆਦ ਰੂਪ ਹੈ ਭਾਵ ਉਸ ਸ੍ਰਿਸ਼ਟੀ ਦੀ ਰਚਨਾ ਤੋਂ ਕਿਤੇ ਪਹਿਲਾਂ ਦਾ ਆਦ ਸੱਚ ਹੈ, ਜੁਗਾਦ ਸੱਚ ਹੈ। ਤੇ ਅਸੂਤ ਤੋਂ ਭਾਵ ਹੈ ਉਸ ਨੂੰ ਕੋਈ ਜਨਮ ਦੇਣ ਵਾਲਾ ਨਹੀਂ ਹੁੰਦਾ। ਇੱਕ ਪ੍ਰਸੂਤ ਹੈ ਭਾਵ ਜਨਮ ਲੈਣਾ, ਤੇ ਇੱਕ ਹੈ ਅਸੂਤ ਜਿਸ ਦਾ ਕੋਈ ਜਨਮਦਾਤਾ ਨਹੀਂ ਹੈ। ਪ੍ਰਮਾਤਮਾ ਅਸੂਤ ਹੈ। ਉਸ ਦਾ ਆਪਾਂ ਕੱਲ੍ਹ ਹੀ ਪੜ੍ਹਿਆ ਸੀ ਤਾਤ ਮਾਤ ਭਾਵ ਉਸ ਦਾ ਤਾਤ ਮਾਤਾ ਤੇ ਪਿਤਾ ਕੋਈ ਵੀ ਪ੍ਰਮਾਤਮਾ ਦਾ ਨਹੀਂ ਹੈ। ਅੰਗਹੀਨ ਅਭੰਗ ਅਨਾਤਮ, ਪ੍ਰਮਾਤਮਾ ਅੰਗਹੀਣ ਭਾਵ ਉਸ ਦਾ ਕੋਈ ਅੰਗ ਨਹੀਂ, ਨਾ ਹੱਥ ਨਾ ਪੈਰ, ਕੋਈ ਉਸ ਦਾ ਅੰਗ ਵੀ ਨਹੀਂ ਹੈ। ਅਭੰਗ, ਪ੍ਰਮਾਤਮਾ ਨੂੰ ਕੋਈ ਨਾਸ਼ ਨਹੀਂ ਕਰ ਸਕਦਾ, ਕੋਈ ਤੋੜ ਨਹੀਂ ਸਕਦਾ ਉਸ ਦੀ ਹਸਤੀ ਨੂੰ। ਅਨਾਤਮ, ਸਾਡੇ ਸਾਰਿਆਂ ਦੇ ਵਿੱਚ ਆਤਮਾ ਹੈ ਕਿ ਮਨੁੱਖੀ ਆਤਮਾ, ਜੀਵ ਆਤਮਾ, ਤੇ ਪਰ ਪ੍ਰਮਾਤਮਾ ਜਿਹੜਾ ਹੈ ਉਹ ਸਾਡੇ ਵਾਂਗ ਆਤਮਾ ਦੇ ਵੀ ਅਧੀਨ ਨਹੀਂ ਹੈ, ਕਿਉਂਕਿ ਉਹ ਆਤਮਾ ਨੂੰ ਪੈਦਾ ਕਰਨ ਵਾਲਾ ਵੀ ਉਹ ਪ੍ਰਮਾਤਮਾ ਹੀ ਹੈ। ਏਕ ਪੁਰਖ ਅਪਾਰ, ਇੱਕ ਉਹ ਐਸਾ ਪੁਰਖ ਹੈ, ਸਰਵ ਸ੍ਰੇਸ਼ਟ ਹੈ, ਪਰਮ ਪੁਰਖ ਹੈ, ਜਿਹਦਾ ਪਾਰਾਵਾਰ ਨਹੀਂ ਲੱਭਿਆ ਜਾ ਸਕਦਾ, ਜਿਸ ਨੂੰ ਪੂਰਨ ਤੌਰ 'ਤੇ ਜਾਣਿਆ ਨਹੀਂ ਜਾ ਸਕਦਾ, ਬਖਿਆਨ ਨਹੀਂ ਕੀਤਾ ਜਾ ਸਕਦਾ। ਸਰਬ ਲਾਇਕ ਸਰਬ ਕਾਇਕ, ਲਾਇਕ ਤੋਂ ਭਾਵ ਹੈ ਯੋਗ। ਉਹ ਇੱਕੋ ਇੱਕ ਐਸਾ ਹੈ ਜਿਹੜਾ ਸਾਰੇ ਹੀ ਕਾਰਜਾਂ ਦੇ ਯੋਗ ਹੈ, ਜਨਮ ਦੇਣ ਦੇ ਵੀ, ਮਾਰਨ ਦੇ ਵੀ, ਬਣਾਉਣ ਦੇ ਵੀ, ਤੋੜਨ ਦੇ ਵੀ, ਭੋਜਨ ਪਦਾਰਥ ਦੇਣ ਦੇ ਵੀ, ਸਵਾਸ ਦੇਣ ਦੇ ਵੀ, ਸਾਰੀਆਂ ਦਾਤਾਂ ਦੇਣ ਦੇ ਵੀ। ਉਹ ਸਰਬ ਲਾਇਕ ਹੈ, ਯੋਗ ਹੈ। ਸਰਬ ਕਾਇਕ, ਸਾਰਿਆਂ ਨੂੰ ਖਤਮ ਕਰਨ ਦੀ ਸ਼ਕਤੀ ਵੀ ਉਸ ਦੇ ਕੋਲ ਹੈ। ਸਰਬ ਕੋ ਪ੍ਰਤਿਪਾਰ, ਪ੍ਰਤਿਪਾਰ ਤੋਂ ਭਾਵ ਹੈ ਸਾਰਿਆਂ ਦੀ ਪ੍ਰਤਿਪਾਲਣਾ ਵੀ ਉਹ ਪ੍ਰਭੂ ਹੀ ਆਪਣੀਆਂ ਦਾਤਾਂ ਦੇ ਨਾਲ ਕਰ ਰਿਹਾ ਹੈ। ਸਰਬ ਗੰਤਾ, ਗੰਤਾ ਤੋਂ ਭਾਵ ਹੈ ਸਾਰੀਆਂ ਥਾਵਾਂ 'ਤੇ ਜਿਸ ਦੀ ਪਹੁੰਚ ਹੈ। ਅਸੀਂ ਅਗੰਮ ਸ਼ਬਦ ਪ੍ਰਮਾਤਮਾ ਦੇ ਵਾਸਤੇ ਵਰਤਦੇ ਹਾਂ ਕਿ ਸਾਡੇ ਗਿਆਨ ਇੰਦਰੀਆਂ ਦੇ ਅਸੀਂ ਹੱਥਾਂ ਦੇ ਨਾਲ ਜਾਂ ਆਪਣੀਆਂ ਅੱਖਾਂ ਦੇ ਨਾਲ ਪਰਮਾਤਮਾ ਨੂੰ ਦੇਖ ਨਹੀਂ ਸਕਦੇ, ਹੱਥਾਂ ਨਾਲ ਛੂਹ ਨਹੀਂ ਸਕਦੇ। ਪਰ ਪ੍ਰਮਾਤਮਾ ਜਿਹੜਾ ਹੈ ਉਹ ਗੰਤਾ ਹੈ, ਉਹ ਸਾਰਿਆਂ ਨੂੰ ਦੇਖ ਵੀ ਸਕਦਾ ਹੈ, ਸਾਡੇ ਸਾਰਿਆਂ ਤੱਕ ਉਸ ਦੀ ਪਹੁੰਚ ਵੀ ਹੈ। ਸਰਬ ਹੰਤਾ, ਸਾਰਿਆਂ ਨੂੰ ਹੰਤ ਕਰਨ ਵਾਲਾ, ਨਾਸ਼ ਕਰਨ ਵਾਲਾ ਵੀ ਉਹ ਹੈ। ਸਰਬ ਤੇ ਅਨਭੇਖ, ਉਹ ਸਾਰਿਆਂ ਤੋਂ ਨਿਰਲੇਪ ਵੀ ਹੈ। ਸਾਡਾ ਸਾਰਿਆਂ ਦਾ ਕੋਈ ਭੇਖ ਹੈ ਪਰ ਪਰਮਾਤਮਾ ਦਾ ਕੋਈ ਭੇਖ ਨਹੀਂ ਹੈ। ਸਰਬ ਸ਼ਾਸਤਰ ਨਾ ਜਾਣਹਿ, ਪਾਤਸ਼ਾਹ ਜੀ ਕਿਰਪਾ ਕਰਦੇ ਇਸ ਦੁਨੀਆ ਦੇ ਸ੍ਰਿਸ਼ਟੀ ਦੇ ਸਾਰੇ ਹੀ ਧਾਰਮਿਕ ਗ੍ਰੰਥ ਇਕੱਠੇ ਹੋ ਕੇ ਵੀ ਉਸ ਅਕਾਲ ਪੁਰਖ ਪਰਮਾਤਮਾ ਦੇ ਬਾਰੇ ਇਹ ਨਹੀਂ ਜਾਣ ਸਕਦੇ ਕਿ ਜਿਹ ਰੂਪ ਰੰਗ ਅਰ ਰੇਖ, ਉਸ ਦਾ ਰੂਪ ਕਿਹੋ ਜਿਹਾ ਹੈ, ਉਸ ਦਾ ਰੰਗ ਕਿਹੋ ਜਿਹਾ ਹੈ, ਉਸ ਦੇ ਹੱਥਾਂ ਦੀਆਂ ਲਕੀਰਾਂ ਦੇ ਉੱਤੇ ਕੀ ਲਿਖਿਆ ਹੈ। ਕੋਈ ਵੀ ਸੰਸਾਰ ਦਾ ਸ੍ਰਿਸ਼ਟੀ ਦਾ ਧਰਮ ਗ੍ਰੰਥ ਉਸ ਦੇ ਬਾਰੇ ਨਹੀਂ ਜਾਣ ਸਕਦਾ। ਪਰਮ ਵੇਦ ਪੁਰਾਣ ਜਾ ਕੈ ਨੇਤ ਭਾਖਤ ਨਿਤ, ਪੁਰਾਣ ਜਿਹੜੇ ਹਨ ਉਹ ਮੁਸਲਮਾਨੀ ਤਰੀਕੇ ਦੀਆਂ ਇਸਲਾਮੀ ਧਰਮ ਦੇ ਨਾਲ ਸੰਬੰਧਿਤ ਕਿਤਾਬਾਂ, ਅਤੇ ਜਿਹੜੇ ਵੇਦ ਹਨ, ਸ਼ਾਸਤਰ ਹਨ, ਉਹ ਹਿੰਦੂ ਮਤ ਦੇ ਨਾਲ ਸੰਬੰਧਿਤ ਧਾਰਮਿਕ ਗ੍ਰੰਥ। ਅਤੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਇਹ ਸਾਰੇ ਵੀ ਉਸ ਅਕਾਲ ਪੁਰਖ ਪਰਮਾਤਮਾ ਦਾ ਅੰਤ ਨਹੀਂ ਪਾ ਸਕਦੇ।
ਇਹ ਵੀ ਕਹਿੰਦੇ ਹਨ ਨੇਤ ਭਾਖਤ ਨਿਤ। ਇਹ ਨਿਤ ਇਹਨਾਂ ਦਾ ਕਹਿਣਾ ਹੈ ਕਿ ਇਹ ਪਰਮਾਤਮਾ ਤੂੰ ਨੇਤ ਭਾਵ ਬੇਅੰਤ ਹੈ, ਤੇਰਾ ਕੋਈ ਅੰਤ ਨਹੀਂ ਜਾਣ ਸਕਦਾ। ਕੋਟ ਸਿਮਰਿਤ ਪੁਰਾਣ ਸ਼ਾਸਤਰ, ਕਰੋੜਾਂ ਹੀ ਸਿਮਰਤੀਆਂ, ਕਰੋੜਾਂ ਹੀ ਪੁਰਾਣ, ਕਰੋੜਾਂ ਹੀ ਧਾਰਮਿਕ ਗ੍ਰੰਥ ਤੇਰੀ ਵਡਿਆਈ, ਤੇਰੇ ਜਨਮ ਦਾ ਸਮਾਂ, ਤੇਰੇ ਰੂਪ ਰੰਗ ਦਾ, ਤੇਰੇ ਭੇਖ ਦਾ ਕੋਈ ਵੀ ਨਹੀਂ ਦੱਸ ਸਕਦੇ। ਨਾ ਆਵਈ ਬਹੁਤ ਚਿੱਤ ਇਹਨਾਂ ਸਾਰੇ ਕਰੋੜਾਂ ਧਾਰਮਿਕ ਗ੍ਰੰਥਾਂ ਦਾ ਕੋਈ ਗਿਆਨ ਪ੍ਰਾਪਤ ਕਰ ਲਵੇ ਤਾਂ ਵੀ ਪਰਮਾਤਮਾ ਦੇ ਬਾਰੇ ਕੁਝ ਵੀ ਦੱਸ ਨਹੀਂ ਸਕਦਾ। ਅੱਗੇ ਆਉਂਦਾ ਹੈ ਜੀ ਮੱਧ ਭਾਰ ਛੰਦ ਤਪ ਪ੍ਰਸਾਦ। ਸਾਰੇ ਰਲ ਕੇ ਪਹਿਲਾਂ ਪਾਠ ਕਰਦੇ ਹਾਂ ਜੀ। ਮੱਧ ਭਾਰ ਛੰਦ ਤਪ ਪ੍ਰਸਾਦ, ਗੁਣ ਗਨ ਉਦਾਰ ਮਹਿਮਾ ਅਪਾਰ। ਆਸਨ ਅਭੰਗ ਉਪਮਾ ਅਨੰਗ, ਆਜਾ ਅਨਭਉ ਪ੍ਰਕਾਸ਼ ਨਿਸ ਦਿਨ ਅਨਾਸ਼। ਆਜਾਨ ਬਾਹ ਸ਼ਾਹਾਨ ਸ਼ਾਹ, ਰਾਜਾਨ ਰਾਜ ਭਾਨਾਨ ਭਾਨ। ਦੇਵਾਨ ਦੇਵ ਉਪਮਾ ਮਹਾਨ, ਇੰਦਰਾਨ ਇੰਦਰ ਬਾਲਾਨ ਬਾਲ। ਰੰਕਾਨ ਰੰਕ ਕਾਲਾਨ ਕਾਲ। ਇੱਥੇ ਤੱਕ ਰਲ ਕੇ ਵਿਚਾਰ ਕਰਦੇ ਹਾਂ ਜੀ। ਫਿਰ ਮਹੱਲੇ ਦੀ ਵਿਚਾਰ ਕਰਾਂਗੇ। ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਗੁਣ ਗਨ ਉਦਾਰ, ਉਹ ਗੁਣਾਂ ਦੇ ਨਾਲ ਉਦਾਰ ਚਿੱਤ ਵੀ ਹੈ, ਜਿਹੜਾ ਸਾਨੂੰ ਕਦੇ ਵੀ ਦਾਤਾਂ ਦੇਣ ਲੱਗਾ ਜਾਂ ਸ੍ਰਿਸ਼ਟੀ ਦੇ ਜੀਵਾਂ ਨੂੰ ਦਾਤਾਂ ਦੇਣ ਲੱਗਾ ਕਦੇ ਸੰਕੋਚਦਾ ਨਹੀਂ, ਕਦੇ ਕੰਜੂਸੀ ਨਹੀਂ ਕਰਦਾ। ਉਸਦੇ ਭੰਡਾਰੇ ਸਦਾ ਸਾਡੇ ਵਾਸਤੇ ਖੁੱਲ੍ਹੇ ਹਨ ਅਤੇ ਉਹਨਾਂ ਦੇ ਵਿੱਚ ਕਦੇ ਤੋਟ ਵੀ ਨਹੀਂ ਆਉਂਦੀ। ਮਹਿਮਾ ਅਪਾਰ, ਉਸਦੀ ਮਹਿਮਾ, ਉਸਦੀ ਵਡਿਆਈ ਜਿਹੜੀ ਹੈ ਉਸਨੂੰ ਪੂਰਨ ਤੌਰ 'ਤੇ ਜਾਣਿਆ ਨਹੀਂ ਜਾ ਸਕਦਾ। ਆਸਨ ਅਭੰਗ, ਉਸਦਾ ਜਿਹੜਾ ਰਾਜ ਹੈ, ਉਸਦਾ ਆਸਣ ਹੈ, ਟਿਕਾਣਾ ਹੈ, ਉਹ ਅਭੰਗ ਹੈ। ਕਦੇ ਵੀ ਪਰਮਾਤਮਾ ਦਾ ਰਾਜ ਟੁੱਟਣ ਵਾਲਾ ਨਹੀਂ ਹੈ, ਕਦੇ ਵੀ ਉਸਦਾ ਆਸਣ ਜਾਣ ਵਾਲਾ ਨਹੀਂ ਹੈ। ਉਪਮਾ ਅਨੰਗ, ਉਪਮਾ ਤੋਂ ਭਾਵ ਵਡਿਆਈ। ਪਰਮਾਤਮਾ ਦੀ ਵਡਿਆਈ ਕਿਸੇ ਦੂਸਰੇ ਦੇ ਨਾਲ ਨਹੀਂ ਕੀਤੀ ਜਾ ਸਕਦੀ। ਅਨੰਗ ਭਾਵ ਪਰਮਾਤਮਾ ਦੀ ਉਪਮਾ ਦੇ ਸਾਹਮਣੇ ਬਾਕੀ ਸਾਰੀਆਂ ਵਡਿਆਈਆਂ ਨਿਰ ਆਧਾਰ ਹਨ। ਅਸੀਂ ਇੱਕ ਦੂਸਰੇ ਦੇ ਨਾਲ ਉਪਮਾ ਕਰ ਦਿੰਦੇ ਹਾਂ ਕਿ ਸ਼ਹਿਦ ਵਰਗਾ ਮਿੱਠਾ, ਦੁੱਧ ਵਰਗਾ ਚਿੱਟਾ ਜਾਂ ਜ਼ਹਿਰ ਵਰਗਾ ਕੌੜਾ, ਪਰ ਪਰਮਾਤਮਾ ਵਰਗਾ ਹੈ, ਉਸਦੇ ਵਰਗਾ ਹੋਰ ਕੋਈ ਨਹੀਂ ਹੈ। ਅਨਭਉ ਪ੍ਰਕਾਸ਼, ਉਸਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ, ਉਸਦਾ ਕੋਈ ਜਨਮਦਾਤਾ ਨਹੀਂ ਹੈ। ਨਿਸ ਦਿਨ ਅਨਾਸ਼, ਉਸਦਾ ਨਾਸ਼ ਵੀ ਨਹੀਂ ਹੋ ਸਕਦਾ, ਅਨਾਸ਼ ਹੈ। ਦਿਨ ਰਾਤ ਉਸਦੀ ਜਿਹੜੀ ਹੈ ਪ੍ਰਭੂ ਸੱਤਾ ਉਹ ਚੱਲਦੀ ਜਾ ਰਹੀ ਹੈ। ਆਜਾਨ ਬਾਹ, ਆਜਾਨ ਕਹਿੰਦੇ ਹਨ ਜਿਸ ਦੀਆਂ ਬਾਹਾਂ ਬਹੁਤ ਲੰਬੀਆਂ ਹੋਣ ਜਾਂ ਜਿਸ ਦੀਆਂ ਬਾਹਾਂ ਗੋਡਿਆਂ ਤੋਂ ਥੱਲੇ ਤੱਕ ਆਉਂਦੇ ਹੋਣ, ਉਸ ਨੂੰ ਕਹਿੰਦੇ ਹਨ ਅਜਾਨ ਬਾਹ, ਉਸ ਦੀਆਂ ਬਾਹਾਂ ਲੰਬੀਆਂ ਹਨ। ਅਤੇ ਪਰਮਾਤਮਾ ਦੀਆਂ ਬਾਹਾਂ ਐਡੀਆਂ ਕੁ ਲੰਬੀਆਂ ਹਨ ਕਿ ਸਾਰੀ ਸ੍ਰਿਸ਼ਟੀ ਨੂੰ ਉਹ ਪਦਾਰਥ ਵੀ ਬਣ ਰਿਹਾ ਹੈ ਅਤੇ ਸਾਰੀ ਸ੍ਰਿਸ਼ਟੀ ਤੱਕ ਉਸਦੀ ਪਹੁੰਚ ਵੀ ਹੈ। ਸ਼ਾਹਾਨ ਸ਼ਾਹ, ਉਹ ਸ਼ਾਹਾਂ ਦਾ ਵੀ ਸ਼ਾਹ ਹੈ। ਰਾਜਾਨ ਰਾਜ, ਰਾਜਿਆਂ ਦਾ ਵੀ ਸਭ ਤੋਂ ਵੱਡਾ ਰਾਜਾ ਹੈ। ਭਾਨਾਨ ਭਾਨ, ਉਹ ਸੂਰਜਾਂ ਦਾ ਵੀ ਸੂਰਜ ਹੈ, ਭਾਵ ਉਸਨੂੰ ਵੀ ਪ੍ਰਕਾਸ਼ ਦੇਣ ਵਾਲਾ ਹੈ। ਦੇਵਾਨ ਦੇਵ, ਉਹ ਦੇਵਤਿਆਂ ਦਾ ਵੀ ਸਭ ਤੋਂ ਵੱਡਾ ਦੇਵਤਾ ਹੈ। ਉਪਮਾ ਮਹਾਨ, ਉਸਦੀ ਵਡਿਆਈ ਸਭ ਤੋਂ ਸਿਰਮੌਰ ਹੈ, ਸਭ ਤੋਂ ਮਹਾਨ ਹੈ, ਉਸਦੇ ਵਰਗਾ ਹੋਰ ਕੋਈ ਨਹੀਂ ਹੈ। ਇੰਦਰਾਨ ਇੰਦਰ, ਇੰਦਰਾਂ ਤੋਂ ਵੀ ਵੱਡਾ, ਇੰਦਰਾਂ ਵਰਗਾ ਬੇਅੰਤ ਇੰਦਰ ਇਕੱਠੇ ਕੀਤੇ ਜਾਣ ਉਹਨਾਂ ਤੋਂ ਵੀ ਵੱਡਾ ਉਹ ਪਰਮਾਤਮਾ ਹੈ। ਬਾਲਾਨ ਬਾਲ, ਦੋ ਅਰਥ ਇਸਦੇ ਜਿਹੜੇ ਹਨ ਉਹ ਵਿਦਵਾਨਾਂ ਨੇ ਕੀਤੇ ਹਨ ਕਿ ਬਾਲਾਨ ਬਾਲ, ਬਾਲਾਂ ਦੇ ਵਿੱਚ ਸਭ ਤੋਂ ਵੱਡਾ ਭਾਵ ਬੱਚਿਆਂ 'ਚ ਸਭ ਤੋਂ ਵੱਡਾ ਛੋਟਾ ਬੱਚਾ ਹੈ।
ਤੇ ਦੂਸਰਾ ਅਰਥ ਇਸ ਦਾ ਕੀਤਾ ਹੈ ਕਿ ਉਹ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ, ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ, ਸਾਰਿਆਂ ਨੂੰ ਉਹ ਸਮੱਗਰੀ ਪਹੁੰਚਾਉਣ ਵਾਲਾ ਹੈ। ਰੰਕਾਨ ਰੰਕ, ਗਰੀਬਾਂ ਦੇ ਵਿੱਚ ਸਭ ਤੋਂ ਵੱਡਾ ਗਰੀਬ ਹੈ, ਅਤੇ ਕਾਲਾਨ ਕਾਲ, ਕਾਲਾਂ ਦਾ ਵੀ ਉਹ ਆਪ ਕਾਲ ਹੈ, ਭਾਵ ਉਸ ਦੇ ਉੱਤੇ ਕਾਲ ਦਾ ਵੀ ਪ੍ਰਭਾਵ ਨਹੀਂ ਹੈ। ਇੱਥੇ ਤੱਕ ਆਪਾਂ ਅੱਜ ਜਾਪ ਸਾਹਿਬ ਦੀ ਵਿਚਾਰ ਕਰਾਂਗੇ ਜੀ। ਉਸ ਤੋਂ ਬਾਅਦ ਮਹੀਨੇ ਦੀ ਸ਼ਬਦ ਦੀ ਵਿਚਾਰ ਆਪਾਂ ਰਲ ਮਿਲ ਕਰਕੇ ਸਾਰਿਆਂ ਨੇ ਕਰਨੀ ਹੈ, ਜਿਸ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਕੀ ਉਪਦੇਸ਼ ਕਰ ਰਹੇ ਹਨ,